महाराज दी पवित्र बाणी सुखमनी साहब जी का वखरा ग्रंथ नहीं सी तैयार होना। ये सारियां ही गल्लां जिहड़ियां ने वो लोग करते ने जिहड़े लोग नहीं चाहते कि लोग गुरु नानक साहब दे सिख बनन। और इन्नी सौखी सिखी सधारण सिखी उन्होंने समझ आ जाए। और ये गल बिल्कुल सच है। जिन्नी गल कोई घुमा के करदा है वो जां ते इंज लगता है भी विद्वान वड्डा है। वेख्या होना कई इत्थे बह के भी अंग्रेजी नूं मूँह मारी जाते ने। ये दस्सण वास्ते कि मैं बहुता पढ़िया लिखिया है। इसे तरह कई लोग गुरमत नूं घुमाई जाते हैं ताकि ये लगे कि इनू तां गुरबाणी दे सारे ही गोहज भेद समझ आ गए ने। इन्नी सौखी सिखी किरत करनी है, नाम जपना है, वंड छकना है। तीन गल्लां ने। दुनिया का जिहड़ा सब तो अमीर आदमी है वारन बफे जिहड़ा है वो कहंदा भी जे तुहानू जमा करना प्लस करना घटाओ करना माइनस करना जे तुहानू गुणा करना मल्टीप्लाई करना जे तुहानू तकसीम करना डिवाइड करना आउंदा है सिर्फ 4 पढ़ाइयां। पंजवीं ते छेवीं गल जे तुहानू समझ आउंदी है कि नफा है प्रॉफिट है नुकसान है कि लॉस है। वो कहंदा जे 6 गल्लां आउंदियां ने तो सारी पढ़ाई इसे विच ही है। इसे तरह तुहाडे गुरु ने तुहानू 3 गल्लां सिर्फ दसियां सी। वो तो 6 दसदा है ना, तुहानू सिर्फ 3 दसियां ने। वो 3 गल्लां ते तुहानू आउंदियां नहीं। कित्थों तक असीं वेदांत पढ़न तक जाने असीं पता नहीं किहड़े किहड़े धर्म ग्रंथां दियां आके असीं इत्थे गल्लां सुणाउने आ। और नतीजा साडे सामने है कि गल घट रही है वध नहीं रही। गुरु कलगीधर पातशाह ने 3 गल्लां तुहानू दसियां सी। पूजा अकाल दी करनी है। पता करो अकाल पुरख कौन है। परचा शब्द का परचे का अर्थ इत्थे ज्ञान है। ये तुसी गुरु ग्रंथ साहब तो लेना सी। तीसरा सी दीदार खालसे का दर्शन ओहदे करने सी जिहड़ा पूर्ण मनुख है। हुण दसो भी सारी सिक्खी 6 गल्लां विच ते सारा दुनिया का वणज वपार 6 गल्लां च मुक जांदा है। वारन बफे कहता है भी जे तुसी दुनिया का वणज वपार करना है तो जमा करना घटाओ करना गुणा करना तकसीम करना
ਤੇ ਘਾਟਾ ਤੇ ਮੁਨਾਫਾ, ਇਹ 6 ਗੱਲਾਂ ਨੂੰ ਸਮਝ ਲਓ। ਤੁਹਾਡਾ ਗੁਰੂ ਕਹਿੰਦਾ ਹੈ ਕਿ ਤੁਸੀਂ ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਛਕਣਾ ਹੈ, ਪੂਜਾ ਅਕਾਲ ਦੀ ਕਰਨੀ ਹੈ, ਪਰਚਾ ਸ਼ਬਦ ਤੋਂ ਲੈਣਾ ਹੈ, ਦੀਦਾਰ ਖਾਲਸੇ ਦਾ ਕਰਨਾ ਹੈ। ਇਹ ਵੀ 6 ਗੱਲਾਂ ਨੇ। ਪਰ ਅਸੀਂ ਕਿੱਥੇ ਤੱਕ ਪਹੁੰਚ ਗਏ। ਅੱਜ ਤੁਸੀਂ ਵੇਖੋ ਕਿੰਨੀ ਤਰ੍ਹਾਂ ਦੀਆਂ ਪੋਥੀਆਂ, ਕਿੰਨੀ ਤਰ੍ਹਾਂ ਦੇ ਗੁਰਬਾਣੀ ਦੇ ਗੁਟਕੇ ਮਾਰਕੀਟ ਵਿੱਚ ਆ ਗਏ ਨੇ। ਇੱਕ ਇੱਕ ਸ਼ਬਦ ਦੇ ਉੱਤੇ ਸਿੱਧੀ ਲਿਖ ਦਿੱਤੀ ਗਈ ਹੈ। ਇੱਕ ਇੱਕ ਸ਼ਬਦ ਦੇ ਨਾਲ ਕੋਈ ਨਾ ਕੋਈ ਕਥਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਹਿੰਦੂ ਵਿਦਵਾਨ ਦਾ ਇੱਕ ਛੋਟਾ ਜਿਹਾ ਕਿਤਾਬਚਾ 1969 ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ, ਸਭ ਤੋਂ ਵੱਧ ਸ਼੍ਰੋਮਣੀ ਕਮੇਟੀ ਨੇ ਵੰਡਿਆ। ਉਹ ਕਹਿੰਦਾ ਹੈ ਕਿ ਮੇਰੀ ਮਾਂ ਮੈਨੂੰ ਪਿੰਡ ਦੇ ਇੱਕ ਐਸੇ ਅਸਥਾਨ ਤੇ ਲੈ ਕੇ ਜਾਂਦੀ ਹੈ ਜਿੱਥੇ ਇੱਕ ਨਿਹੰਗ ਸਿੰਘ ਬੱਚਿਆਂ ਨੂੰ ਪੜ੍ਹਾਉਂਦਾ ਸੀ ਪਰ ਉੱਥੇ ਰਹਿੰਦਾ ਨਹੀਂ ਸੀ। ਕਦੇ ਕਦੇ ਘੋੜੇ ਤੇ ਆਉਂਦਾ ਸੀ, ਬੱਚਿਆਂ ਨੂੰ ਸਬਕ ਦੇ ਕੇ ਚਲਾ ਜਾਂਦਾ ਸੀ। ਕਹਿੰਦੇ ਮੈਂ ਉੱਥੇ ਉਸ ਸਕੂਲ ਦੇ ਵਿੱਚ ਪਹੁੰਚ ਗਿਆ, ਪਰ ਇੱਕ ਦਿਨ ਉਹ ਨਿਹੰਗ ਸਿੰਘ ਆਉਂਦਾ ਹੈ। ਉਹਨੇ ਮੈਨੂੰ ਪੁੱਛਿਆ, ਕਾਕਾ ਤੂੰ ਕੌਣ ਹੈ? ਕੋਈ ਨਵਾਂ ਬੱਚਾ ਆਇਆ ਹੈ? ਉਹਨੇ ਮੈਨੂੰ ਜਿਹੜਾ ਪਹਿਲਾ ਪਾਠ ਦਿੱਤਾ, ਘੋੜੇ ਤੇ ਬੈਠੇ ਬੈਠੇ ਉਹਨੇ ਜ਼ਮੀਨ ਦੇ ਉੱਪਰ ਏਕਾ ਖਿੱਚਿਆ, ਜਿਹੜਾ ਗੁਰਮੁਖੀ ਅੱਖਰਾਂ ਵਿੱਚ ਹੈ। ਔਰ ਇਹ ਉਪਦੇਸ਼ ਦੇ ਕੇ ਉਹ ਦੂਜੇ ਬੱਚਿਆਂ ਨੂੰ ਉਪਦੇਸ਼ ਦੇ ਕੇ ਪਾਠ ਦੇ ਕੇ ਚਲਾ ਗਿਆ। ਕਹਿੰਦੇ ਸਾਰੀ ਜ਼ਿੰਦਗੀ ਪੜ੍ਹਨ ਤੋਂ ਬਾਅਦ ਮੈਨੂੰ ਸਮਝ ਆਈ ਕਿ ਇਸ ਇੱਕ ਤੋਂ ਪਹਿਲਾਂ ਵੀ ਕੋਈ ਨਹੀਂ ਸੀ, ਇਸ ਇੱਕ ਤੋਂ ਬਾਅਦ ਵੀ ਕੁਝ ਨਹੀਂ ਹੈ। ਉਹਦਾ ਨਾਮ ਬਲਵੰਤ ਗਾਰਗੀ ਹੈ। ਇਸ ਤੋਂ ਪਹਿਲਾਂ ਵੀ, ਇੱਕ ਤੋਂ ਪਹਿਲਾਂ ਕੀ ਸੀ? ਅਰਬਦ ਨਰਬਦ, ਧੁੰਦੂਕਾਰਾ। ਤੇ ਇੱਕ ਤੋਂ ਬਾਅਦ ਕੀ ਹੈ? ਇੱਕ ਤੋਂ ਬਾਅਦ ਵੀ ਕੁਝ ਨਹੀਂ ਹੈ, ਸਭ ਨਾਸ਼ਵੰਤ ਹੈ। ਇੰਨੀ ਸੌਖੀ ਸਿੱਖੀ ਕਿੰਨੀ ਉਲਝਾ ਦਿੱਤੀ ਹੈ। ਬਾਣੀ ਗੁਰੂ ਹੈ, ਔਰ ਬਾਣੀ ਸਾਨੂੰ ਗੁਰੂ ਦੇ ਕੇ ਗਏ ਨੇ। ਕੋਈ ਧਾਗਾ ਦੇ ਗਏ ਕਿਸੇ ਨੂੰ, ਕੋਈ ਤਵੀਤ ਦੇ ਕੇ ਗਏ ਕਿਸੇ ਨੂੰ, ਕੋਈ ਮੰਤਰ ਹੈ, ਕੋਈ ਸ਼ੂ ਮੰਤਰ ਹੈ, ਕੋਈ ਗੁਰੂ ਨਾਨਕ ਕਿਸੇ ਨੂੰ ਦੇ ਕੇ ਗਏ ਨੇ। ਜਿਸ ਗੁਰੂ ਨਾਨਕ ਨੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਅੱਜ ਉਸ ਗੁਰੂ ਨਾਨਕ ਦੇ ਸਿੱਖ ਲਾਈਨਾਂ 'ਚ ਲੱਗੇ ਫਿਰਦੇ ਨੇ, ਗਵਾਚੇ ਫਿਰਦੇ ਨੇ। ਸੱਚੇ ਪਾਤਸ਼ਾਹ ਨੇ 9 ਖੰਡ ਪ੍ਰਿਥਵੀ ਦਾ ਉਧਾਰ ਕੀਤਾ, ਸਤਨਾਮ ਪੜ੍ਹ ਮੰਤਰ ਸੁਣਾਇਆ, ਇੱਕ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੈ। ਬਾਣੀ ਭਾਵੇਂ ਰਾਗਾਂ ਦੀ ਹੋਵੇ, ਬਾਣੀ ਭਾਵੇਂ ਵਾਰਾਂ 'ਚ ਹੋਵੇ, ਭਾਵੇਂ ਵਾਰਾਂ ਤੋਂ ਵਧੀਕ ਵਿੱਚ ਹੋਵੇ,
ਬਾਣੀ ਗੁਰੂਆਂ ਦੀ ਹੋਵੇ, ਭੱਟ ਸਾਹਿਬਾਨਾਂ ਦੀ ਹੋਵੇ, ਭਗਤ ਸਾਹਿਬਾਨਾਂ ਦੀ ਹੋਵੇ, ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹ ਸਾਰੀ ਬਾਣੀ ਗੁਰੂ ਹੈ। ਤੇ ਗੁਰੂ ਕੌਣ ਹੈ ਸਾਡਾ? ਉਹ ਬਾਣੀ ਹੈ। ਬਾਣੀ ਕੀ ਹੈ? ਬਾਣੀ ਸਾਡਾ ਗੁਰੂ ਹੈ। ਤੇ ਸਾਰੀ ਬਾਣੀ ਵਿੱਚ ਕੀ ਹੈ? ਸਾਰੀ ਬਾਣੀ ਚ ਅੰਮ੍ਰਿਤ ਹੈ। ਕੋਈ ਪੀਵੇ ਤਾਂ ਸਹੀ। ਕੋਈ ਆਦਮੀ ਕਹਿ ਸਕਦਾ ਵੀ ਮੈਂ ਬਾਣੀ ਪੜ੍ਹਨ ਕਰਕੇ ਦੁਖੀ ਹਾਂ? ਨਾ, ਬਾਣੀ ਛੱਡਣ ਕਰਕੇ ਸਾਰੀ ਦੁਨੀਆ ਹੀ ਦੁਖੀ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਬਾਣੀ ਵਿਸਰਿਆ ਮਨੁੱਖ ਐਵੇਂ ਵਿਲਕਦਾ ਹੈ ਜਿਵੇਂ ਕੁਸ਼ਟ ਰੋਗੀ ਹੈ। ਬੜੀਆਂ ਬਿਮਾਰੀਆਂ ਨੇ ਦੁਨੀਆ 'ਚ, ਬੜੇ ਬੜੇ ਨਾਮਰਾਦ ਰੋਗ ਨੇ। ਆਪ ਜੀ ਨੇ ਸੁਣਿਆ ਕਿ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਗੁਰਸਿੱਖ ਜੋਗੀ ਜਾਗਦੇ, ਔਰ ਹਰ ਵਿਦਵਾਨ ਨੇ, ਹਰ ਰੱਬ ਦੇ ਪਿਆਰੇ ਨੇ ਇਹ ਗੱਲ ਦੱਸੀ ਹੈ ਕਿ ਅੰਮ੍ਰਿਤ ਵੇਲੇ ਰੋਗੀ ਤੇ ਭੋਗੀ ਦੋਵੇਂ ਸੌ ਜਾਂਦੇ ਨੇ, ਪਰ ਕੁਸ਼ਟ ਰੋਗੀ ਉਦੋਂ ਵੀ ਨਹੀਂ ਸੌਂਦਾ। ਜਿਹੜੇ ਸਾਰੀ ਰਾਤ ਭੋਗ ਕਰਦੇ ਨੇ ਉਹ ਵੀ ਸਵੇਰੇ ਸੌਂ ਜਾਂਦੇ ਨੇ। ਜਿਹੜੇ ਸਾਰੀ ਰਾਤ ਬਿਮਾਰ ਹਸਪਤਾਲਾਂ ਵਿੱਚ ਵਿਲਕਦੇ ਨੇ ਸਵੇਰੇ ਉਹ ਵੀ ਸੌਂ ਜਾਂਦੇ ਨੇ, ਪਰ ਗੁਰਸਿੱਖ ਜੋਗੀ ਜਾਗਦੇ ਨੇ। ਜੇ ਨਹੀਂ ਸੌਂਦਾ ਰੋਗੀਆਂ ਦੇ ਵਿੱਚੋਂ ਤੇ ਇੱਕ ਕੁਸ਼ਟ ਰੋਗੀ ਹੈ। ਹੁਣ ਇਹ ਆਪਾਂ ਫੈਸਲਾ ਕਰਨਾ ਵੀ ਆਪਾਂ ਕੁਸ਼ਟ ਰੋਗ ਵਾਂਗ ਆਪਣਾ ਜੀਵਨ ਬਣਾਉਣਾ ਹੈ। ਗੁਰੂ ਪਿਤਾ ਜੀ ਨੇ ਸਾਨੂੰ ਬਾਣੀ ਦਿੱਤੀ ਹੈ, ਔਰ ਇਸ ਬਾਣੀ ਦੇ ਅਦਬ ਵਿੱਚ ਤੂੰ ਸਨਮਾਨ ਵਿੱਚ ਵੇਖੋ ਤੁਸੀਂ ਕਿੱਡੇ ਕਿੱਡੇ ਗੁਰਦੁਆਰੇ, ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਮੰਦਰ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੇਵਲ ਗੁਰਬਾਣੀ ਵਾਸਤੇ ਹੋਈ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਸਰੋਵਰ ਵੀ ਇਸੇ ਕਰਕੇ ਬਣਿਆ, ਹਰਿਮੰਦਰ ਸਾਹਿਬ ਵੀ ਇਸੇ ਕਰਕੇ ਬਣਿਆ, ਉੱਥੇ ਕੀਰਤਨ ਦੀ ਮਰਿਆਦਾ ਵੀ ਇਸੇ ਕਰਕੇ ਬੰਨੀ ਗਈ ਤਾਂ ਕਿ ਉੱਥੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ, ਔਰ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਆ ਕੇ ਉੱਥੇ ਮੱਥਾ ਟੇਕਣਾ ਹੈ। ਅੱਜ ਦੁਨੀਆ ਭਰ ਚੋਂ ਸਿੱਖ ਦਰਬਾਰ ਸਾਹਿਬ ਆ ਰਿਹਾ ਹੈ, ਕਾਹਦੇ ਵਾਸਤੇ? ਮੱਥਾ ਟੇਕਣ ਲਈ। ਤੇ ਉੱਥੇ ਕੀ ਹੈ? ਉੱਥੇ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜੇ ਇੰਨੀ ਗੱਲ ਸਾਨੂੰ ਸਮਝ ਆ ਜਾਏ ਕਿ ਸਿੱਖਾ ਬਾਣੀ ਤੋਂ ਬਿਨਾਂ ਤੇਰਾ ਕੋਈ ਜੀਵਨ ਨਹੀਂ ਹੈ। ਹੁਣ ਕਈ ਆਦਮੀ ਮੈਨੂੰ ਵੀ ਪੁੱਛਦੇ ਨੇ, ਤੁਹਾਨੂੰ ਵੀ ਇੱਕ ਦੂਜੇ ਨੂੰ ਪੁੱਛਦੇ ਹੋਵੋਗੇ, ਕਿਹੜਾ ਪਾਠ ਕਰੀਏ ਜੀ? ਪੁੱਛੋ ਪਹਿਲਾਂ ਕਿਹੜਾ ਕੀਤਾ ਹੈ? ਕੀਤਾ ਪਹਿਲਾਂ ਵੀ ਕੋਈ ਨਹੀਂ, ਕਰਨਾ ਮੁੜ ਕੇ ਵੀ ਕੋਈ ਨਹੀਂ। ਕਿਹੜਾ ਪਾਠ ਕਰੀਏ ਜੀ? ਕਿਹੜੀ ਬਾਣੀ ਪੜ੍ਹੀਏ ਜੀ? ਕਿਹੜਾ ਸ਼ਬਦ ਪੜ੍ਹੀਏ ਜੀ? ਪੁੱਛੋ ਪਹਿਲਾਂ ਕਿਹੜਾ ਪੜ੍ਹਿਆ? ਜਿਵੇਂ ਕਈ ਬੰਦੇ ਤੁਹਾਨੂੰ ਮਿਲਣਗੇ, ਕੋਈ ਸੇਵਾ ਦੱਸੋ ਜੀ, ਪੁੱਛੋ ਪਹਿਲਾਂ ਕੀਤੀ ਹੈ ਕੋਈ? ਪੁੱਛੇ ਤੇ ਉਹ ਆਦਮੀ ਨਾ ਜਿਹਨੇ ਪਹਿਲਾਂ ਚਾਹ ਪਿਆਈ ਹੋਵੇ, ਪਹਿਲਾਂ ਉਹਨੇ ਪਾਣੀ ਪਿਆਇਆ ਹੋਵੇ, ਪਹਿਲਾਂ ਉਹਨੇ ਬ੍ਰੇਕਫਾਸਟ ਕਰਾਇਆ ਹੋਵੇ, ਫਿਰ ਉਹਨੇ ਤੁਹਾਨੂੰ ਦੁਪਹਿਰ ਦਾ ਖਾਣਾ ਖਵਾਇਆ ਹੋਵੇ, ਸ਼ਾਮ ਦਾ ਖਵਾਇਆ ਹੋਵੇ, ਫਿਰ ਪੁੱਛੇ ਵੀ ਹੋਰ ਸੇਵਾ ਦੱਸੋ ਜੀ। ਵੀ ਕੀਤਾ ਤੇ ਪਹਿਲਾਂ ਹੀ ਕੁਛ ਨਹੀਂ, ਕਰਨਾ ਤੁਸੀਂ ਅੱਗੋਂ ਵੀ ਕੁਛ ਨਹੀਂ। ਖਾਲਸਾ ਜੀ ਸਿੱਖ ਬਣੋ, ਛੱਡ ਦਿਓ ਦੁਨੀਆ ਨੂੰ। ਜਿਨ੍ਹਾਂ ਲੋਕਾਂ ਮਗਰ ਤੁਸੀਂ ਤੁਰੇ ਹੋ, ਅੱਜ ਤੁਹਾਡੇ ਸਾਰੀਆਂ ਗੱਲਾਂ ਸਾਹਮਣੇ ਨੇ। ਤੁਹਾਡੇ ਗੁਰੂ ਨੇ ਤੁਹਾਨੂੰ ਕਿਹਾ ਸੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹਦਾ ਅਰਥ ਇਹ ਤਾਂ ਨਹੀਂ ਸੀਗਾ ਵੀ ਆਪਣਾ ਘਰ ਆਪ ਬਣਾਉਣਾ ਹੈ, ਆਪਣੀ ਗੱਡੀ ਆਪ ਖਰੀਦਣੀ, ਆਪਣੇ ਕੱਪੜੇ ਆਪ ਸਵਾਉਣੇ ਨੇ।
नहीं, अपना जीवन भी आप बनाना है, अपनी आत्मक कल्याणता भी आप करनी है, अपनी मुक्ति आप करके जानी है। बिल्कुल सिख परिवार की मुक्ति का मुहताज नहीं जे। सानू तो हुण जाके पता लगे भी पता नहीं बच्चे भोग ते भी आउणगे कि नहीं आउणगे, संस्कार ते भी आउणगे कि नहीं आउणगे। मैनू लगता है भी एक दिन आएगा मुसलमान शाहजहान वांग शायद सानू ये गल कहनी पवे। शाहजहान हिंदुआं नू काफर कहंदा सी, पर जदों सिकंदरा दे विच बंद होया, अपने पुत्र औरंगजेब नू चिट्ठी लिखदा है कि मेरे कोल पीण वास्ते पानी नहीं है, ते औरंगजेब उस चिट्ठी का जवाब घल्लदा है कि चंगा हुंदा कि जिस पानी दे नाल तू मैनू चिट्ठी लिखी है, चिट्ठी लिखण दी थां ते वो पानी पी के तू अपनी प्यास बुझा लैंदा। ते फिर शाहजहान ने की किया सी, कहंदा है औरंगजेब मैं सारी उम्र हिंदुआं नू काफर कहंदा रहा, पर हुण मैनू समझ आई कि तेरे वर्गे मोमन नालों वो काफर भी चंगे ने जिहड़े रोज़ सवेरे उठते ने ते सूरज वल मूँह करके अपने पितरां नू पानी दिंदे ने, तेरे नालों तो चंगे ने। हालत साडी भी इहो होनी है। तुहानू पता है अज सब तो वध ऐसियां कंपनियां बन रही ने जिहड़ियां इस गल की बुकिंग करदियां ने, बच्चे भी कराउंदे ने ते माँ बाप आप भी कराई जाते ने भी जे मैं बीमार हो गया तो मैनू हॉस्पिटल तुसी लैके जाना है, जे मैं मर गया तो मेरे नहाउण धोण का संस्कार का प्रबंध तुसी करना है, पाठ का भोग कीर्तन अरदास मेरिया अस्थियां तक तुसी उत्थे जल प्रवाह करनियां ने। लोग एडवांस लख लख 2-2 लाख रुपया दे रहे हैं। सानू तो हुण जाके गल समझ आई है कि अपन हथी अपना आपे ही काज सवारी है। असी भुलेखे च रह भी गड्डी लैनी है तो आप शोरूम ते जाओ, कपड़ा लेना है तो आप दुकान ते जाओ, कपड़ा सवाना है तो टेलर कोल आप जाओ। नहीं, जे मुक्ति चाहिए है तो उथों तक भी आप ही जाना पैना है। इहदे अर्थ तो ये सी। इशनान भी तुसी करना है, पाठ भी तुसी करना है। गुरु अमरदास जी जो कहते ने ना कि दे तेजन जी ये शरीर घोड़ी है, इनू संभाल के रखिया करो। इसे घोड़ी ने तुहानू गुरुद्वारे लैके जाना है। जिदन ये शरीर ठीक ना रहा, तुहानू घर के बच्चों ने गुरुद्वारे कोई नहीं जे लैके आना। कोई किस्मत वाला होएगा जिहदे बच्चे लैके आउणगे। जे शरीर ठीक ना रहा तो किसी ने इशनान नहीं कराउणा। कोई भागां वाला होएगा जिहदे बच्चे नवाउणगे। जे शरीर ठीक ना रहा तो किसी ने पाठ नहीं जे सुनाउणा। कोई भागां वाला होएगा जिहदे बच्चे कोल बह के पाठ करया करनगे। बाणी गुरु है, बाणी तो बिना कोई गुरु नहीं है। एवें पखंडियां दे कोल आपां भजे फिरदे, कदे इधर नूं तुर जाने, कदे इधर नूं तुर जाने। और एक नवी एक यूनियन पैदा हुई है, महापुरख 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 महापुरख। ते जदों दा ये शब्द महापुरख आया है, खालसा जी गुलाम हो गए हो तुसी। पहला जा तुसी सिख होंदे सी,
ਜਾਂ ਤੁਸੀਂ ਜਰਨੈਲ ਹੁੰਦੇ ਸੀ, ਧਰਤੀ ਤੇ ਤੁਹਾਡਾ ਰਾਜ ਹੁੰਦਾ ਸੀ, ਦੁਸ਼ਮਣ ਤੁਹਾਡੇ ਤੋਂ ਡਰਦਾ ਸੀ, ਤੁਸੀਂ ਆਪਣੀ ਤਕਦੀਰ ਆਪ ਲਿਖਦੇ ਸੀ, ਨਵਾਬੀਆਂ ਤੁਹਾਡੇ ਮਗਰ ਫਿਰਦੀਆਂ ਸੀ। ਅਬਦਾਲੀ ਵਰਗਾ ਕਹਿੰਦਾ ਸਿੱਖੋ ਮੇਰੇ ਤੋਂ ਲਾਹੌਰ ਲੈ ਲਓ, ਤੇ ਅੱਗੋਂ ਸਿੱਖ ਕਹਿੰਦੇ ਸੀ ਲਾਹੌਰ ਤੇਰੇ ਪਿਓ ਦਾ ਜਿਹੜਾ ਥਾਲੀ 'ਚ ਪਾ ਕੇ ਦੇ ਦੇਂਗਾ ਤੂੰ। ਅੱਜ ਕਾਉਂਸਲਰ ਦੀ ਟਿਕਟ ਮੰਗਦੇ ਫਿਰਦੇ ਅਸੀਂ, MLA ਦੀ ਟਿਕਟ ਲਈ ਧਰਮ ਬਦਲਣ ਲਈ ਤਿਆਰ ਅਸੀਂ। ਕਦੇ ਇੱਕ ਐਸਾ ਵੀ ਵਕਤ ਸੀ, ਅਬਦਾਲੀ ਕਹਿੰਦਾ ਸੀ ਲਾਹੌਰ ਲੈ ਲਓ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਸੀ ਵੀ ਤੇਰੇ ਪਿਓ ਦਾ ਥਾਲੀ 'ਚ ਪਾ ਕੇ ਦੇ ਦੇਂਗਾ ਤੂੰ, ਜਿੱਦਣ ਖਾਲਸੇ ਦਾ ਦਿਲ ਕਰੇਗਾ ਉਦੋਂ ਲੈ ਲਾਂਗੇ ਅਸੀਂ। ਜਦੋਂ ਤੁਸੀਂ ਸਿੱਖ ਹੁੰਦੇ ਸੀ ਜਾਂ ਜਰਨੈਲ ਹੁੰਦੇ ਸੀ, ਤੁਹਾਡਾ ਧਰਤੀ ਤੇ ਰਾਜ ਹੁੰਦਾ ਸੀ, ਤੁਸੀਂ ਆਪਣੀ ਤਕਦੀਰ ਆਪ ਲਿਖਦੇ ਸੀ, ਦੁਨੀਆ ਤੁਹਾਨੂੰ ਪੁੱਛ ਕੇ ਚੱਲਦੀ ਸੀ, ਲੋਕ ਤੁਹਾਡੇ ਤੇ ਮਾਣ ਕਰਦੇ ਸੀ, ਲੋਕ ਫਰਿਆਦੀ ਹੁੰਦੇ ਸੀ ਤੁਹਾਡੇ ਅੱਗੇ, ਭਾਵੇਂ ਤੁਸੀਂ ਜੰਗਲਾਂ 'ਚ ਬੈਠੇ ਹੁੰਦੇ ਸੀ। ਹੁਣ ਤੇ ਐਸੇ ਐਸੇ ਨੋਟੰਕੀ ਆ ਗਏ ਜੀ, ਆਪ ਹਮਾਰੀ ਇੱਜ਼ਤ ਬਚਾਓ ਜੀ। ਕੋਈ ਭੀਖ ਮੰਗਿਆ ਵੀ ਕੋਈ ਕਿਸੇ ਦੀ ਇੱਜ਼ਤ ਬਚਾਉਂਦਾ ਹੁੰਦਾ? ਜਿੰਨੀਆਂ ਧੀਆਂ ਭੈਣਾਂ ਬੱਚੀਆਂ ਦੀ ਇੱਜ਼ਤ ਲੁੱਟੀ ਗਈ, ਕਿ ਉਹਨਾਂ ਨੇ ਖੂੰਖਾਰ ਉਹਨਾਂ ਬੰਦਿਆਂ ਕੋਲੋਂ ਭੀਖ ਨਹੀਂ ਮੰਗੀ ਹੋਏਗੀ ਵੀ ਮੇਰੀ ਇੱਜ਼ਤ ਛੱਡ ਦਿਓ, ਮੈਨੂੰ ਬਖਸ਼ ਦਿਓ? ਕਦੇ ਇਦਾਂ ਵੀ ਕਦੇ ਕਿਸੇ ਦੀ ਭੀਖ ਮੰਗ ਕੇ ਇੱਜ਼ਤ ਬਚੀ ਹੈ? ਨਹੀਂ, ਇਦਾਂ ਨਹੀਂ ਬਚਦੀ। ਭੀਖ ਮੰਗਣ ਵਾਲਿਆਂ ਦੀ ਇੱਜ਼ਤ ਲੁੱਟ ਲਈ ਜਾਂਦੀ ਹੈ, ਪਰ ਉਹ ਬੱਚੀਆਂ, ਉਹ ਧੀਆਂ ਜਿਨ੍ਹਾਂ ਨੇ ਹਿੰਮਤ ਕੀਤੀ, ਉਹਨਾਂ ਨੇ ਕੇਵਲ ਆਪਣੀ ਇੱਜ਼ਤ ਨਹੀਂ ਬਚਾਈ, ਉਹਨਾਂ ਨੇ ਸੋਧਾ ਵੀ ਲਾਇਆ, ਸਬਕ ਵੀ ਸਿਖਾਇਆ। ਸੱਚੇ ਪਾਤਸ਼ਾਹ ਮਹਾਰਾਜ ਅੱਜ ਵੀ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਤਕ ਮਹੀਨੇ ਦਾ ਨਾਂ ਹੈ। ਤੇ ਕਰਮ ਕਮਾਉਂਦੇ ਆ, ਇਹ ਦੋਸ਼ ਕਿਸੇ ਤੇ ਆਇਦ ਨਹੀਂ ਕਰਨੇ। ਪਹਿਲੀ ਗੱਲ ਤੇ ਸਾਨੂੰ ਇੱਕ ਸਮਝ ਆਉਣੀ ਚਾਹੀਦੀ ਕਿ ਜਿਹੜਾ ਸਰੀਰ ਹੈ ਇਹ ਖੇਤ ਹੈ। ਇਹ ਪਰਮਾਤਮਾ ਨੇ ਨਾ ਤੁਹਾਨੂੰ ਫੈਸ਼ਨ ਸ਼ੋਅ ਵਾਸਤੇ ਨਹੀਂ ਦਿੱਤਾ, ਰੈਂਪ ਵਾਸਤੇ ਉੱਤੇ ਤੁਰਨ ਵਾਸਤੇ ਨਹੀਂ ਦਿੱਤਾ, ਇਹ ਵੱਧ ਫੈਲੀਆਂ ਕਰਨ ਵਾਸਤੇ ਨਹੀਂ ਦਿੱਤਾ। ਇਹ ਖੇਤ ਹੈ, ਕਰਮ ਉਹਦੇ ਵਿੱਚ ਤੁਹਾਡਾ ਬੀਜ ਹੈ। ਇਸ ਸਰੀਰ ਰੂਪੀ ਖੇਤ ਵਿੱਚ ਕਰਮਾਂ ਰੂਪੀ ਬੀਜ ਬੀਜਣੇ ਨੇ। ਤੇ ਫਿਰ ਇਹ ਚੇਤਾ ਰੱਖਣਾ ਕਿ ਜਦੋਂ ਇਸ ਸਰੀਰ ਵਿੱਚ ਬਹਿ ਕੇ ਕਰਮ ਕਰੋਗੇ, ਫਿਰ ਦੋਸ਼ ਕਿਸੇ ਨੂੰ ਨਹੀਂ ਦੇਣਾ। ਫਿਰ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮਾਤਮਾ ਨੂੰ ਤੁਸੀਂ ਭੁੱਲੇ, ਯਾਦ ਤੁਸੀਂ ਨਹੀਂ ਕੀਤਾ। ਕੀ ਕੀਤਾ? ਹੁਕਮ ਮਨ ਭਾਉਂਦੇ ਕਰ ਲੈ। ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੇ ਅੱਗੇ ਜਾਵਣਾ। ਜੇ ਤੁਸੀਂ ਸਰੀਰ ਰੂਪੀ ਖੇਤ ਵਿੱਚ ਸ਼ੁਭ ਕਰਮਾਂ ਦੇ ਬੀਜ ਬੀਜੇ ਹੁੰਦੇ, ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਤੁਸੀਂ ਤੇ ਪਰਮਾਤਮਾ ਨੂੰ ਕੈਲਕੂਲੇਟਰ ਤੇ ਚੜਾ ਲਿਆ, ਬਹੁਤੇ ਤੇ ਉਂਗਲਾਂ ਤੇ ਚੜਾਈ ਫਿਰਦੇ ਨੇ ਕੰਪਿਊਟਰ। ਸਾਨੂੰ ਨਹੀਂ ਸਮਝ ਆਈ ਕਿ ਕਿੰਨੀ ਵੱਡੀ ਬਾਣੀ ਹੈ ਜਪਜੀ ਸਾਹਿਬ, ਔਰ ਉਹਦੇ ਵਿੱਚ ਲਿਖਿਆ ਹੋਇਆ ਹੈ, ਪੁੰਨੀ ਪਾਪੀ ਆਖਣ ਨਾਹੇ
कर कर करना, लिख लै जा आपे बीज आपे ही खा। तुसी अपने बीज आप बीजने ने। मैं तो रोज बेनती करदा कि भाई किसी को हथ क्यों विखाउने हो, तुसी अपने हथ आप वेखो। जे तुहाडे काम चंगे ने, तुहाडे कर्म कदे माड़े नहीं हो सकते। जे तुहाडे काम माड़े ने, तुहाडे कर्म कदे भी चंगे नहीं हो सकते। एवें लोगों को करी जाने बाबा जी किरपा कर दिओ जी, बाबा जी की किरपा करनगे जी। बाबा जी तो सवेरे तैयार होके बह जाते हैं, तो उड़ीकते हैं कि कोई सेठी साहब आउणगे, कोई कोहली साहब आउणगे, कोई ढिल्लों साहब आउणगे, कोई मोटा जा कोई भेंट चढ़ावा चढ़ाउणगे, तो बाबा जी के कर्म सिद्धे होणगे। आपां बाबा जी नूं कही जाने तुसीं साडे ते किरपा कर दिओ। अपने ते आप किरपा करनी शुरू करो, अपने ते आप किरपा करो। आप उठो, आप पाठ करो, आप बाणी पढ़ो। और तुसी वेखो बंदे दी फितरत वेखो, एक धर्म कर्म तो बिना किहड़ा काम है जिहड़ा बंदा किसी तो कराउंदा है। बाकी सारे काम असीं खुद आप करते हैं। महाराज कहते ने भाई जे परमेश्वर भुल गया, सारे रोग व्यापणगे, वेमुख होए राम ते लगन जन्म वजोग। जे परमात्मा तो बेमुख हो गए, जन्मां जन्मांतरां दे विछोड़े पैणगे। हुण ये गल्लां इत्थे बह के करनियां सी कि बंदिया तो आया कित्थों है, किन्ने चिर वास्ते आया है, इस तो बाद जाना कित्थे है। इत्थे तैनूं किस काम दे लई रब ने भेजिया सी, किन्ना क काम तू कर लिया है, किन्ना काम तेरा बाकी है। कदे गल्लां इत्थे बैठ के कीतियां। कोई कहंदा जी फुल प्रशाद दे दिओ, कोई कहंदा जी फंबा प्रशाद दे दिओ। कई तो मेरे वर्गे इदां दे ने, वो बाहरले मुल्कां तक भी लै जांदे ने, उत्थे फंबा प्रशाद वंडदे फिरदे ने। ये तुहाडीआं शरधा आस्था दीआं गल्लां हो सकदियां ने, ज्ञान दीआं गल्लां ये नहीं है। ज्ञान की गल यह है कि तू बंदिया आया कित्थों है, किन्ने चिर वास्ते आया है, जाना कित्थे है, तेरे नाल कौन जाएगा। जिथे जाएगा उत्थे कोई तेरे कोले एड्रैस हैगा, उत्थे तू कोई रहन का प्रबंध किया है। इत्थे ते कई बिल्डिंगां खड़ियां कर लियां तू, इत्थे ते कई इमारतां खड़ियां कीतियां ने, वड्डे वड्डे अंपायर खड़े कीते ने, पर जिथे जाना है उत्थों का कोई थौ पता है तेनू। चलो जे तेनू अपना नहीं पता, जिहड़े तेरे तो पहला गया उन्हां दी कोई खबर है तेनू। जिहड़ा आदमी गुरुद्वारे आउंदा इक्को गल, माया दे दिओ जी, माया दे दिओ जी, माया दे दिओ जी। गुरु नूं कहो कि सच्चे पातशाह मैनूं हिम्मत दे, शक्ति दे। मैं किरत करा, मैं तेरा नाम जपा, फिर जो कुछ भी मेरे कोल होवे मैं लोड़वंदां ते गरीबां नाल उसनूं शेयर करा, उन्होंने दूजियां विच वंडा। फिर गुरु ने कितना वधिया हुक्म किया कि पूजा अकाल दी करनी है। हुण पता करो अकाल पुरख कौन है। चक्कर चिहन अर वरण जात अर पात नहन जे
रूप रंग अर रेख भेख को कह न सकत के अचल मूरत अनभव प्रकाश अमितोज कहीजै कोट इंद्र इंद्रान शहान गनीजै त्रै भवन महीप सुर नर असुर नेत नेत बन तृण कहत तब सर्ब नाम कथे कवन कर्म नाम बरनत सुमत। करो दी पूजा करो, किवें करोगे तुसी? वो तो थापिया ना जाए कीता ना होए आपे आप निरंजन सोए, ਉਹਦੀ पूजा नहीं हो सकती। ਹੁਣ ਤਾਂ जिन सेविया तिन पाया मान, ਉਹਨੂੰ सिमरिया जा सकता है, ਉਹਨੂੰ पूजिया नहीं जा सकता। परमात्मा किसी समग्री का मुथाज नहीं है। जे समग्री का मुथाज होएगा तो फिर परमात्मा अमीरां का मुथाज होएगा। जिहो जो नारियल लियाउणगे, जिहो जो फुल लैके आउणगे, जिहो जिहियां धूप बत्तियां अगरबत्तियां सुगंधियां इतर वो लैके आउणगे, गरीब रक्षे वाला कित्थों लियाएगा? भगत जी ने तो इत्थों तक भी कहा भी जे परमात्मा पूजा का मुथाज है तो फिर मैं तो पूजा कर ही नहीं सकता, ना मैनू कोई सुची वस्तु मिले तो ना मैं परमात्मा की पूजा कर सका। सिर्फ उन्होंने सिमरिया जा सकता है। और सिमरन वास्ते रब ने सारिਆਂ ਨੂੰ गिठ लम्मी जुबान दी है, किदे कोल नहीं है? सब कोले है। सच्चे पातशाह महाराज समझाते ने खिनमय कौड़े होए गए जितड़े माया भोग। जे परमेश्वर भुल गया सारे रोग लगणगे, छिण मात्र समा लगेगा, अख चमकण जिन्ना समा, सारियां चीज़ां कौड़ियां हो जाणगियां। कि तुसी कपड़े पा सकते हो, पैरों में वन सवन्ने ब्रांडेड शूज पा सकते हो, थोड़ा जिहा लत्त ते पैर ते कोई फर्क आ जाए की होएगा? शरीर के उत्ते कोई चमड़ी का रोग आ जाए तो तुसी कुछ पा सकोगे? पेट में खराबी हो जाए कुछ खा सकोगे तुसी? थोड़ी जी दिमाग में खराबी आ जाए तो अपने नूं पहचान भी सकोगे तुसी? छोटा जिहा कलौट आउंदा है जदों स्ट्रोक हुंदा है, सारा शरीर विंगा टेढ़ा हो जाएगा। कई मेरे वर्गे तो वैसे सीधे मुंह गल नहीं करते, तो जे रब ने ऐसा भाना वरताता तो बंदिया फिर की करेगा तू? उस परमेश्वर परमात्मा तो सानू डरन की लोड़ है, भै खौफ दे विच रहन की लोड़ है। एक अख चमकन जिन्ने समय में सब कुछ कौड़ा हो जाएगा, हर चीज तेरे पहनण पुंचण तो दूर हो जाएगी, बिच ना कोई कर सके। किस्थे रोवे रोज, कित्थे रोवेगा रोज जाके? कौन वापस ठीक कर सकता है? कोई इस बिगड़ी नूं कोई सवार सकता है? भाई कीता किशु ना हो वही लिखिया तुर संजोग। हुण कीतिया भी कुछ नहीं होएगा, क्योंकि तुर दरगाह तो लिखिया ही इसे तरह सी। ये सारी बिध इसे तरह ही बनी हुई सी, नहीं तो कुकेंदे हाँ चुगेंदे हाँ मत्ती देंदे हाँ नित जो शैतान वजाया सेकित फेर चित। किन्ने धर्म ग्रंथ ने, किन्ने धर्म गुरु ने, किनिया धार्मिक कथा कहानियां रोज होंदियां ने, पर जिन्हों शैतान ने वजाया होया है, बगाड़िया होया है, उहदा चित्त किवें मुड़ सकदा है?
ਉਹ ਕਿਵੇਂ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰ ਸਕਦਾ ਹੈ। ਅਸਲ ਵਿੱਚ ਇਹ ਧੁਰ ਦਰਗਾਹ ਦਾ ਸੰਜੋਗ ਸੀ ਕਿ ਉਹਨੇ ਕਦੇ ਗੁਰੂ ਦੀ ਗੱਲ ਸੁਣੀ ਨਹੀਂ। ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ। ਐਸੇ ਲੋਗਣ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਏ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਫਿਰ ਕਦੋਂ ਵੱਡੇ ਭਾਗ ਹੋਣਗੇ, ਕਦੋਂ ਗੁਰੂ ਮਿਲੇਗਾ, ਇਹ ਵਿਯੋਗ, ਇਹ ਵਿਛੋੜੇ ਕਦੋਂ ਖਤਮ ਹੋਣਗੇ, ਪਤਾ ਹੀ ਨਹੀਂ। ਗੁਰੂ ਦਾ ਕਦੋਂ ਮਿਲਾਪ ਹੋਏਗਾ, ਕਦੋਂ ਸੱਚਾ ਗੁਰੂ ਸਾਡੇ ਜੀਵਨ ਵਿੱਚ ਆਏਗਾ। ਨਾਨਕ ਕਉ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਰਜ ਕਰਕੇ ਪਰਮਾਤਮਾ ਕੋਲ ਬੇਨਤੀ ਕਰਦੇ ਨੇ, ਹੇ ਪਰਮਾਤਮਾ ਤੂੰ ਮੇਰੇ ਬੰਧਨ ਕੱਟਣ ਦੇ ਸਮਰੱਥ ਹੈ, ਤੂੰ ਮੇਰੀ ਰੱਖਿਆ ਕਰ। ਸਾਨੂੰ ਸ਼ਾਇਦ ਪਤਾ ਹੀ ਨਹੀਂ ਕਿ ਇੱਕ ਜੀਵ ਆਤਮਾ ਜਿਹੜੀ ਹੈ ਉਹ ਕਿੰਨੀਆਂ ਦੁਸ਼ਵਾਰੀਆਂ ਦੇ ਵਿੱਚ ਘਿਰੀ ਹੋਈ ਹੈ। ਆਪਾਂ ਤਾਂ ਜਿਨ੍ਹਾਂ ਨੂੰ ਦੁਸ਼ਮਣ ਮੰਨ ਕੇ ਬੈਠੇ ਆ, ਵਿਰੋਧੀ ਮੰਨ ਕੇ ਬੈਠੇ ਆ, ਅਸਲ ਵਿੱਚ ਇਹ ਸਾਡੇ ਵਿਰੋਧੀ ਨਹੀਂ ਹੈਗੇ, ਇਹ ਸਾਡੇ ਦੁਸ਼ਮਣ ਨਹੀਂ ਹੈਗੇ। ਇਸ ਸਰੀਰ ਦੇ ਅੰਦਰ ਹੀ ਇੱਕ ਬ੍ਰਹਿਮੰਡ ਹੈ। ਜਦੋਂ ਗੁਰਬਾਣੀ ਨੂੰ ਇਦਾਂ ਪੜ੍ਹੋਗੇ ਨਾ ਕਿ ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਜੋ ਬਾਹਰ ਦੁਨੀਆ ਵਿੱਚ ਵੇਖਦੇ ਹੋ ਇਹ ਤੁਹਾਡੇ ਸਰੀਰ ਦੇ ਅੰਦਰ ਵੀ ਹੈ ਭਾਈ। ਜਿਵੇਂ ਬਾਹਰ ਤੁਹਾਨੂੰ ਬਹੁਤ ਕੁਝ ਨਜ਼ਰ ਆਉਂਦਾ ਹੈ, ਜਦੋਂ ਅੰਦਰ ਧਿਆਨ ਹੋਵੋਗੇ ਤਾਂ ਅੰਦਰ ਵੀ ਤੁਹਾਨੂੰ ਬਹੁਤ ਕੁਝ ਨਜ਼ਰ ਆਏਗਾ। ਬਾਹਰ ਤੇ ਤੁਹਾਨੂੰ ਲੱਗੇਗਾ ਵੀ ਅਮਰੀਕ ਸਿੰਘ ਵਿਰੁੱਧ ਹੈ ਜੀ, ਮੇਜਰ ਸਿੰਘ ਵਿਰੁੱਧ ਹੈ ਜੀ, ਪਰ ਜਦੋਂ ਅੰਦਰ ਜਾਓਗੇ ਫਿਰ ਪਤਾ ਲੱਗੇਗਾ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੇ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਠੱਗੀ ਈਰਖਾ ਦਵੈਸ਼ ਸਾੜਾ, ਸਾਰਾ ਕੁਝ ਅੰਦਰ ਭਰਿਆ ਪਿਆ। ਇੰਨੇ ਭੈੜੇ ਆਦਮੀ ਤੇ ਬਾਹਰ ਹੈ ਹੀ ਨਹੀਂ ਆਪਣੇ ਕੋਲੇ। ਬਾਹਰ ਤੇ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਗਿਣ ਕੇ ਆਪਾਂ ਇੱਕ ਅੱਧਾ ਬੰਦਾ ਕੱਢਦੇ ਆ, ਨਹੀਂ ਜੀ ਇਹ ਬੰਦਾ ਮੇਰੇ ਬਾਰੇ ਠੀਕ ਨਹੀਂ ਸੋਚਦਾ, ਇਹ ਬੰਦਾ ਮੇਰੇ ਹੱਕ 'ਚ ਨਹੀਂ ਹੈਗਾ। ਪਰ ਤੂੰ ਆਪਣੇ ਅੰਦਰ ਝਾਤੀ ਮਾਰ, ਤੇਰੇ ਹੱਕ 'ਚ ਤਾਂ ਕੋਈ ਵੀ ਨਹੀਂ ਹੈਗਾ। ਪੰਜ ਤੇਰੇ ਵਿਰੋਧੀ ਨੇ ਤੇ ਤੂੰ ਇਕੱਲਾ ਹੈਗਾ ਭਾਈ। ਰੋਜ਼ ਤੈਨੂੰ ਮਾਰਦੇ ਨੇ, ਰੋਜ਼ ਤੈਨੂੰ ਲੁੱਟਦੇ ਨੇ। ਕਿੰਨੀ ਕੁ ਆਪਾਂ ਪਾਠ ਪੂਜਾ ਕਰਦੇ ਆ। ਹੁਣ ਤੁਸੀਂ ਵੇਖੋ ਵੀ ਆਪਾਂ ਈਰਖਾ ਕਿੰਨੀ ਕਰਦੇ ਆ, ਕ੍ਰੋਧ ਕਿੰਨਾ ਕਰਦੇ ਆ, ਸਾਡੇ ਅੰਦਰ ਕਾਮ ਕਿੰਨਾ ਪੈਦਾ ਹੁੰਦਾ ਹੈ, ਲਾਲਚੀ ਕਿੰਨੇ ਆ ਆਪਾਂ, ਮੋਹ ਮਮਤਾ ਕਿੰਨੀ ਹੈ ਸਾਡੇ ਅੰਦਰ। ਹੰਕਾਰ ਜਿਹੜਾ ਉਹ ਸਾਨੂੰ ਕਿਸੇ ਨੂੰ ਫਤਿਹ ਨਹੀਂ ਬੁਲਾਉਣ ਦਿੰਦਾ, ਕਿਸੇ ਦੇ ਨੇੜੇ ਨਹੀਂ ਬਹਿਣ ਦਿੰਦਾ। ਇਹ ਸਾਰਾ ਕੁਝ ਸਾਡੇ ਅੰਦਰ ਹੈ। ਬਾਹਰ ਵਾਲੀ ਖੇਡ ਤਾਂ ਬੜੀ ਛੋਟੀ ਹੈ। ਬਾਹਰ ਵਾਲਿਆਂ ਨਾਲ ਸਿੱਝਣ ਦਾ ਤੇ ਬੰਦੇ ਨੇ ਬੜਾ ਪ੍ਰਬੰਧ ਕੀਤਾ ਹੋਇਆ, ਬੜੀਆਂ ਵਿਦਿਆ ਪੜ੍ਹੀਆਂ ਹੋਈਆਂ ਨੇ, ਕਈ ਸ਼ਾਸਤਰ ਪੜ੍ਹੇ ਨੇ, ਕਈ ਇਹਨੇ ਕਾਨੂੰਨ ਪੜ੍ਹੇ ਹੋਏ ਨੇ। ਇਹਨੂੰ ਹਰ ਇੱਕ ਨੂੰ ਪਤਾ ਵੀ ਲੀਗਲ ਨੋਟਿਸ ਕਿਵੇਂ ਭੇਜੀਦਾ ਹੈ। ਸਵਾਲ ਤੇ ਵੀ ਅੰਦਰ ਕੀ ਕਰੇਗਾ। ਥੋੜਾ ਜਿਹਾ ਕਦੇ ਤੂੰ ਪਾਠ ਪੂਜਾ ਕਰਦਾ ਫਿਰ ਕਾਮ ਕਰੋ ਤੇਰੇ ਤੇ ਫਿਰ ਭਾਰੂ ਹੋ ਜਾਂਦਾ ਹੈ। ਮਨ ਦੇ ਨਾਲ ਬੈਠ ਕੇ ਸਤ ਕਰਨੀ ਸੀ।
अंदर बैठ के तू झगड़ा करना सी, विरोध किया ही नहीं। अंदर बह के फिर पुकार करनी सी कि परमात्मा मेरी मदद कर। इन्हां सारियां दे विचों मेरी जीव आत्मा किवें अरोग रह सकती है, निष्कपट रह सकती है, निष्काम रह सकती है, पवित्र रह सकती है, किवें रह सकती है भाई? तो महाराज कहते ने कतक होवै साध संग बिनसै सभे सोच। एक तरीका है कि यह महीना तुहाडा गुरमुखां दी संगत विच हो सकता है। हुण सवाल है भी गुरमुख कित्थों लभण जाओगे? कित्थों लभण जाइए रब दे प्यारिआं नूं? हुण नाले असीं कही जाने जी जमाना ठीक नहीं, समा ठीक नहीं। अज तो तकरीबन 400 साल तो वध समा हो गया। 1601 विच गुरु अर्जन देव पिता महाराज ने धन श्री गुरु ग्रंथ साहब महाराज की संपादना शुरू की। 1604 विच संपूर्ण हुई। अज 2024 है, 424 साल तो ही गिण लो। उदों पहला कदों भट्ट आए होणगे गुरु अर्जन साहब कोले, उदों उन्होंने कहा सी भी महाराज असी संत लभण तुरे हाँ, लभा कोई नहीं। तो अज तुसीं पता करो हर नहर ते एक संत रहिंदा है, हर सूबे ते एक संत रहिंदा है, हर पिंड दी बाहर थे दे उत्ते संत बैठा है। अगे वाकई साधु लोग हुंदे सी, इकांत विच बैठ के भगती करते सी। हुण तो पता करो जिन्नियां शहर दीयां प्राइम जगह ने ये उत्थे भी बैठे ने। पर अज तो 424 साल पहला जिहड़े 11 भट्ट गुरु अर्जन साहब महाराज कोल आए, उन्होंने मन्निया कि रहियो संत हों टोल, साध बहुतेरे डिठे, सन्यासी तपस्सीए मुखों ए पंडित मिठे। बरस एक हों फिरियो किने न परचो लायो, कहते हाँ कहती सुनी रहत को खुशी ना आयो। 424 साल पहला तो उन्होंने कोई मिलिया नहीं। अज तुसीं वेखो भी मेरा ख्याल इन्नी तो पंजाब च जनता नहीं है जिन्ने एक साधु ने संत ने। एक बंदे ने बड़ी बड़ी मेहनत की, उन्हें दसिया उन्हें पिंड नहीं, उन्हें स्कूल नहीं, उन्हें हॉस्पिटल नहीं जिन्हें डेरे ने। और एक एक डेरे में छोटे बड़े पता नहीं किन्ने महापुरख ने। कमाल ही की उस बंदे ने खोज करन दी। उन्हें पिंड मेरे ख्याल 12,000 कढ़े ने। तो जो डेरे कढ़े कमाल ही करती उन्हें। इन्ने स्कूल है नहीं, इन्ने हॉस्पिटल है नहीं। कल्ले पंजाब दे विच ते पंजाब है किन्ना क? अंबाले तो गुस्से जाके गड्डी भजाइए ना, बहुत। तो मेरे ख्याल 3-3.5 घंटे च ये वाघा बार्डर पहुंच जाती है। इधरों हबोर कोलों भजाओ तो पठानकोट पहुंच जाती 4 घंटे च। और फिर वेखो ये हरियाणे च है नहीं, यूपी च है नहीं, महाराष्ट्र में है नहीं,
अजे पीरां फकीरां दा तो पता ही नहीं ना भी वो किन्ने किन्ने। तो महाराज कहते ने भाई कत्तक दा महीना प्रभु प्यारियां दी संगत विच गुजारो, सारियां सोच खत्म हो जाणगियां, चिंतावां फिकर सब खत्म हो जाएंगे। पर सवाल भी लियाइए कितों? 424 साल पहला तो होंदे नहीं सी, ते जिहड़े हुण हैगे ने वो हैगे ही नहीं, सब झूठ है। गुरु तेग बहादुर महाराज का बचन है ना कि जग रचना सब झूठ है, बिल्कुल उस तरह ये लाम लश्कर भी झूठ है। और जे किसी दे कोल कणी है वो दसदा कोई नहीं। जिन हर पायो तिनी छुपायो। जिदे कोल कोई महाराज ने कणी बख्शी है वो दसदा ही नहीं, वो चुप करके बैठा है, वो प्रगट ही नहीं हुंदा, वो दसदा ही नहीं किसी को। पर जिन्ना चिर तुसी प्रभु प्यारियां दी संगत विच नहीं बैठोगे, तुहाडियां सोच चिंतावां फिकर ये सब कुछ खत्म नहीं होना। ये कत्तक दा महीना है। इस महीने दे विच अपने कर्मां दे उत्ते तवज्जो दिओ, अपने कर्मां दे उत्ते स्ट्रैस करो, अपने कर्मां वाल ध्यान करो। कोई लोड़ नहीं किसी वाल वेखण दी। तुसीं वेख लो जिहड़े बच्चे पढ़ते ने उन्होंने किसी वाल ध्यान करन दी लोड़ है ना। जिहड़े बच्चे मेहनत करते ने, जिहड़े बच्चे खेडते ने, जिन्हां बच्चों दे विच महाराज ने ये गुण पाए ने, उन्होंने किसी वाले वेखण दी लोड़ नहीं पैंदी। इत्थे एक बारी अखंड पाठ कराया सी किसी ने, पता अखंड पाठ की सीगा? कहंदे भी महाराज दे अगे असीं पर्ची पाउणी है कि बच्चे नूं किहड़े कॉलेज विच दाखल करिए। बच्चे दे नंबर इन्ने आए ने भी श्री राम दे विच भी उहदा नां आ गया लिस्ट विच, हिंदू कॉलेज विच भी आ गया, गुरु तेग बहादुर खालसा कॉलेज विच भी आ गया, गुरु गोबिंद सिंह खालसा कॉलेज विच भी आ गया, ते जिहड़ा सेंट स्टीफन कॉलेज है उहदे विच भी आ गया। दोस्तों ऐसे भी लोग हैगे ने। कोई दिल्ली का कॉलेज ही नहीं जिहदे विच उस बच्चे का नाम नहीं आया। कहते हुण असीं महाराज नूं पुछना, महाराज हुण तुसीं दसो कि असीं बच्चे नूं किहड़े कॉलेज घल्लीए। ते को भी हैगे ने मेरे वर्गे, वो जदों पेपर आया ना, आंसर सीट आई, हुण लिखना तो उत्थे बहुत कुछ सीगा, पर उत्थे मेरे वर्गे ने लिख दिता कि गऊ हमारी माता है, हमको कुछ नहीं आता है। वो जिहड़ा पेपर चेक करने वाला सीगा उन्हें भी अगों लिख दिता कि बल्द हमारा बाप है, नंबर देना पाप है। इहो जिहे बदकिस्मत जवाक भी हैगे ने मेरे वर्गे। ऐसे भी हैगे ने जिहड़े गुरु नूं पुछदे ने, महाराज मैं हुण किहड़े कॉलेज विच जावां, तूं मैनूं नंबर ही इन्ने दे दिते ने। अपने कर्मां वल ध्यान दिओ, अपनी मेहनत वल ध्यान दिओ, अपने बच्चों को इस पासे लाओ। गुरुद्वारे भी आउणा है ते बच्चे नूं कहो कि बेटा इत्थे अरदास कर कि महाराज तेनूं शक्ति देण कि दे शिवा बर मोह इह शुभ कर्मन ते कब हो ना टरो। जदों चंगे काम की वारी आवे मैं आना कानी ना करा, मैं पासा ना वटा। ना डरो अरसों जब जाए लरों, मैं डरा भी ना। कदे दुश्मन दे नाल लड़न दा वक्त आवे तो निश्चय कर अपनी जीत करो, उत्थे मेरी फतेह होवे। आ महीना जिहड़ा है ये तुहाडे कर्मां ते तुहानूं ध्यान देण वास्ते हुक्म करदा है कि कत्तक कर्म कमावणे, दोष ना काहूं जोग, परमेश्वर ते भुलिया
ਵਿਆਪਣ ਸਭੇ ਰੋਗ। ਭਾਈ ਆਪਣੇ ਕਰਮ ਕਰਦਿਆਂ ਕਿਸੇ ਨੂੰ ਦੋਸ਼ ਨਾ ਦਿਓ। ਜੇ ਪਰਮੇਸ਼ਰ ਭੁੱਲੇਗਾ ਤਾਂ ਰੋਗ ਵਿਆਪਣਗੇ, ਤੇ ਜੇ ਕਿਤੇ ਪਰਮਾਤਮਾ ਤੁਹਾਨੂੰ ਚਿੱਤ ਆਏਗਾ ਤੇ ਚੇਤਾ ਰੱਖਣਾ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ, ਫਿਰ ਤਾਂ ਤੁਹਾਨੂੰ ਸੇਕ ਵੀ ਨਹੀਂ ਲੱਗੇਗਾ। ਮਹਾਰਾਜ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।